तेग बहादुर सिमरिए कर नाम नित आवे ताए। तेग बहादुर सिमरिए कर नाम नित आवे ताए। ਸਤਿਨਾਮ ਧੰਨ ਵਾਹਿਗੁਰੂ ਜੀ। ਸਤਿਗੁਰ ਆਇਓ ਸਰਨ ਤੁਹਾਰੀ, ਮਿਲੈ ਸੁਖ ਨਾਮ ਹਰਿ ਸੋਭਾ, ਚਿੰਤਾ ਲਾਹੇ ਹਮਾਰੀ। ਅਵਰ ਨਾ ਸੂਝੈ ਦੂਜੀ ਠਾਹਰ, ਹਾਰ ਭਰਿਓ ਤੋ ਦੁਆਰੀ। ਲੇਖਾ ਛੋੜ ਆਲੇਖ ਹੈ ਛੂਟਹਿ, ਹਮ ਨਿਰਗੁਣ ਲੇਹੋ ਉਭਾਰੀ। ਸਾਧ ਬਖਸ਼ਿੰਦ ਸਦਾ ਮਿਹਰਬਾਨਾ, ਸਭਨਾ ਦੇ ਆਧਾਰੀ। ਨਾਨਕ ਦਾਸ ਸੰਤ ਪਾਤਸ਼ਾਹ ਪਰਿਓ, ਰਾਖ ਲਿਹੋ ਇਹੋ ਬਾਰੀ। ਸ਼੍ਰੀ ਹਰਿ ਕ੍ਰਿਸ਼ਨ ਧਿਆਈਐ, ਜਿਸ ਡਿਠੈ ਸਭ ਦੁਖ ਜਾਏ। ਤੇਗ ਬਹਾਦਰ ਸਿਮਰਿਐ ਕਰ ਨਾਮ ਨਿਤ ਆਵੈ ਤਾਏ। ਤੇਗ ਬਹਾਦਰ ਸਿਮਰਿਐ ਕਰ ਨਾਮ ਨਿਤ ਆਵੈ ਤਾਏ। ਸਭ ਥਾਈ ਹੋਏ ਸਹਾਏ। ਪਰਮ ਸਨਮਾਨਯੋਗ ਜੁਗੋ ਜੁਗ ਅਟਲ ਤਖਤ ਚਵਰ ਛਤਰ ਦੇ ਮਾਲਕ ਸਤਿਗੁਰੂ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਪਾਤਸ਼ਾਹ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਸਤਿਗੁਰੂ ਗੁਰੂ ਰਾਮਦਾਸ ਮਹਾਰਾਜ ਜੀ ਦੀ ਵਰੋਸਾਈ ਹੋਈ ਨਗਰੀ ਸ਼੍ਰੀ ਅੰਮ੍ਰਿਤਸਰ ਸਾਹਿਬ ਵਿਖੇ ਧੰਨ ਗੁਰੂ ਤੇਗ ਬਹਾਦਰ ਮਹਾਰਾਜ ਜੀ ਦੇ 400 ਸਾਲਾ ਪ੍ਰਕਾਸ਼ ਗੁਰਪੁਰਬ ਨੂੰ ਸਮਰਪਿਤ ਹੋ ਕਰਕੇ ਸਿੱਖ ਚੈਨਲ ਯੂਕੇ ਦੇ ਮਾਧਿਅਮ ਦੇ ਰਾਹੀਂ ਦੇਸ਼ ਅਤੇ ਵਿਦੇਸ਼ ਦੇ ਵਿੱਚ ਬੈਠੀ ਹੋਈ ਸੰਗਤ ਦੇ ਵਾਸਤੇ ਵਿਸ਼ੇਸ਼ ਉਪਰਾਲਾ
ਸਾਰੀ ਹੀ ਸਮੁੱਚੀ ਟੀਮ ਸਿੱਖ ਚੈਨਲ ਦੀ ਵੱਲੋਂ ਕੀਤਾ ਗਿਆ, ਜਿਸ ਉਪਰਾਲੇ ਤਹਿਤ ਅੱਜ ਧੰਨ ਗੁਰੂ ਤੇਗ ਬਹਾਦਰ ਮਹਾਰਾਜ ਪਾਤਸ਼ਾਹ ਜੀ ਦੇ ਜੀਵਨ ਦੀ ਸਮੁੱਚੀ ਕਥਾ ਜਿਹੜੀ ਹੈ ਉਹ ਪ੍ਰਾਰੰਭ ਕੀਤੀ ਜਾ ਰਹੀ ਹੈ। ਔਰ ਆਪ ਸੰਗਤ ਜਿੱਥੇ ਦੇਸ਼ ਔਰ ਵਿਦੇਸ਼ ਦੇ ਵਿੱਚ ਬੈਠਿਆਂ ਹੋਇਆਂ ਸਤਿਗੁਰੂ ਮਹਾਰਾਜ ਪਾਤਸ਼ਾਹ ਜੀ ਦੇ ਪ੍ਰਕਾਸ਼ ਗੁਰਪੁਰਬ ਸ਼ਤਾਬਦੀ ਨੂੰ ਮਨਾਉਂਦੇ ਪਏ ਹੋ, ਉੱਥੇ ਆਪ ਜੀ ਨੇ ਸਤਿਗੁਰੂ ਮਹਾਰਾਜ ਜੀ ਦੇ ਜੀਵਨ ਨੂੰ ਸੁਣ ਕਰਕੇ ਆਤਮਿਕ ਲਾਹਾ ਲੈਣਾ ਹੈ, ਆਤਮਿਕ ਆਨੰਦ ਦੀ ਪ੍ਰਾਪਤੀ ਕਰਨੀ ਹੈ। ਸਤਿਗੁਰੂ ਮਹਾਰਾਜ ਬਖਸ਼ਿਸ਼ ਕਰਨ। ਆਪ ਜਿਤਨੇ ਵੀ ਘਰਾਂ ਦੇ ਵਿੱਚ ਬੈਠੇ ਟੀਵੀ ਦੇ ਮਾਧਿਅਮ ਰਾਹੀਂ ਕਥਾ ਸਰਵਨ ਕਰ ਰਹੇ ਹੋ, ਆਓ ਸਤਿਗੁਰੂ ਮਹਾਰਾਜ ਧੰਨ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਜੀ ਦੇ ਚਰਨਾਂ ਦੇ ਵਿੱਚ ਹਾਜ਼ਰੀ ਲਗਵਾਈਏ। ਮਨ ਬਿਰਤੀਆਂ ਇਕਾਗਰ ਕਰੋ। ਗੁਰੂ ਤੇਗ ਬਹਾਦਰ ਮਹਾਰਾਜ ਆਪ ਕਿਰਪਾ ਕਰਨ, ਵਿੱਚ ਵਰਤਨ ਅਤੇ ਅਸੀਂ ਇਤਿਹਾਸ ਨੂੰ ਪੜ੍ਹ ਸੁਣ ਤੇ ਸੁਣਾ ਸਕੀਏ। ਆਓ ਸਾਧ ਸੰਗਤ ਜੀ, ਦਾਸ ਅਤੇ ਆਪਣੀ ਹਾਜ਼ਰੀ ਲਵਾਉਣਾ ਕਰੋ। ਅਦਬ ਪਿਆਰ ਸਤਿਕਾਰ ਦੇ ਨਾਲ ਫਤਿਹ ਪ੍ਰਵਾਨ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜਿਸ ਨਗਰੀ ਦੇ ਬਾਰੇ ਧੰਨ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਮਹਾਰਾਜ ਜੀ ਦੇ ਵਾਕ ਹਨ, ਡਿੱਠੇ ਸਭੇ ਥਾਵ ਨਹੀਂ ਤੁਧ ਜੇਹਿਆ, ਬੱਧੋਂ ਪੁਰਖ ਵਿਧਾਤੇ ਤਾਂ ਤੂੰ ਸੋਹਿਆ, ਵਸਦੀ ਸਗਨ ਅਪਾਰ ਅਨੂਪ ਰਾਮਦਾਸਪੁਰ, ਹਰ ਹਾਂ ਨਾਨਕ ਕਸਮਲ ਜਾਏ, ਨਾਏ ਰਾਮਦਾਸ ਸਰ। ਸਤਿਗੁਰੂ ਮਹਾਰਾਜ ਪਾਤਸ਼ਾਹ ਜਿਸ ਪਾਵਨ ਨਗਰੀ ਦੇ ਬਾਰੇ ਆਖਦੇ ਹਨ ਕਿ ਸੰਸਾਰ ਦੇ ਵਿੱਚ ਜਿਤਨੇ ਵੀ ਤੀਰਥ ਧਾਰਮਿਕ ਅਸਥਾਨ ਹਨ, ਦੇਖੇ ਮੈਂ ਆਪਣੀ ਨਿਗਾਹ ਦੇ ਨਾਲ, ਸਤਿਗੁਰੂ ਮਹਾਰਾਜ ਪਾਤਸ਼ਾਹ ਜੀ ਕਹਿੰਦੇ ਨੇ ਮੈਂ ਤੱਕਿਆ ਹੈ ਉਹਨਾਂ ਨੂੰ, ਪਰ ਡਿੱਠੇ ਸਭੇ ਥਾਵ ਨਹੀਂ ਤੁਧ ਜੇਹਿਆ। ਤੇਰੇ ਘਰ ਵਰਗਾ ਧੰਨ ਗੁਰੂ ਰਾਮਦਾਸ ਮਹਾਰਾਜ ਜੀ ਕੋਈ ਸੰਸਾਰ ਤੇ ਐਸਾ ਘਰ ਨਹੀਂ ਕਿ ਜਿਹਨੂੰ ਦੇਖ ਕੇ ਉਹਦੇ ਬਰਾਬਰ ਕਿਸੇ ਹੋਰ ਦੀ ਤੁਲਨਾ ਕੀਤੀ ਜਾ ਸਕੇ। ਸਤਿਗੁਰੂ ਗੁਰੂ ਰਾਮਦਾਸ ਮਹਾਰਾਜ ਪਾਤਸ਼ਾਹ ਜੀ ਨੇ ਸੰਨ 1574 ਈਸਵੀ ਨੂੰ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਮਹਾਰਾਜ ਤੀਸਰੇ ਗੁਰੂਦੇਵ ਜੀ ਨੇ ਗੁਰੂ ਰਾਮਦਾਸ ਮਹਾਰਾਜ ਨੂੰ ਉਪਦੇਸ਼ ਕੀਤਾ, ਕਿਉਂਕਿ ਇਸ ਨਗਰੀ ਦਾ ਜਿਹੜਾ ਇਤਿਹਾਸ ਹੈ ਉਹ ਵਿਲੱਖਣ ਹੈ। ਇਹ ਪਾਵਨ ਧਰਤੀ ਅੰਮ੍ਰਿਤਸਰ ਦੀ ਪਾਵਨ ਧਰਤੀ, ਇਸ ਧਰਤੀ ਨੂੰ 8 ਗੁਰੂ ਸਾਹਿਬਾਨਾਂ ਦੀ ਚਰਨ ਛੋਹ ਪ੍ਰਾਪਤ ਹੈ। ਸਤਿਗੁਰੂ ਗੁਰੂ ਅੰਗਦ ਦੇਵ ਮਹਾਰਾਜ ਪਾਤਸ਼ਾਹ ਜੀ ਦੇ ਕਿਸੇ ਸਮੇਂ ਪੈਰ ਦੇ ਅੰਗੂਠੇ ਤੇ ਕੁਝ ਜ਼ਖਮ ਹੋਇਆ। ਧੰਨ ਗੁਰੂ ਅਮਰਦਾਸ ਮਹਾਰਾਜ ਪਾਤਸ਼ਾਹ ਜੀ ਇੱਥੋਂ ਹੀ ਇੱਕ ਜੀਵਨ ਬੂਟੀ ਜਿਹੜੀ ਸੀ ਉਹ ਲੈ ਕਰਕੇ ਗਏ, ਔਰ ਉਸ ਬੂਟੀ ਦੇ ਨਾਲ ਸਤਿਗੁਰੂ ਗੁਰੂ ਅੰਗਦ ਦੇਵ ਮਹਾਰਾਜ ਪਾਤਸ਼ਾਹ ਜੀ ਦੇ ਚਰਨਾਂ ਦਾ, ਉਹਨਾਂ ਦੇ ਪੈਰ ਦੇ ਅੰਗੂਠੇ ਦਾ ਇਲਾਜ ਕੀਤਾ ਗਿਆ। ਫਿਰ ਸਤਿਗੁਰੂ ਗੁਰੂ ਅਮਰਦਾਸ ਮਹਾਰਾਜ ਗੁਰਤਾ ਗੱਦੀ ਤੇ ਬੈਠਦੇ ਹਨ। ਗੁਰੂ ਅਮਰਦਾਸ ਮਹਾਰਾਜ ਪਾਤਸ਼ਾਹ ਜੀ ਆਪਣੀ ਜੋਤ ਦਾ ਵਾਰਸ ਧੰਨ ਗੁਰੂ ਰਾਮਦਾਸ ਮਹਾਰਾਜ ਨੂੰ ਬਣਾਉਂਦੇ ਨੇ। ਧੰਨ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਮਹਾਰਾਜ ਨੂੰ ਉਸ ਵੇਲੇ ਧੰਨ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਮਹਾਰਾਜ ਜੀ ਨੇ ਇਹ ਉਪਦੇਸ਼ ਕੀਤਾ ਸੀ ਕਿ ਇਸ ਧਰਤੀ ਨੂੰ ਵਸਾਉਣਾ ਹੈ। ਗੁਰੂ ਰਾਮਦਾਸ ਮਹਾਰਾਜ ਪਾਤਸ਼ਾਹ ਜੀ ਨੇ ਫਿਰ ਇਸ ਧਰਤੀ ਨੂੰ ਜਿਹੜਾ ਸੀ ਉਹ 700 ਰੁਪਈਏ ਦੇ ਵਿੱਚ ਖਰੀਦਿਆ। ਇਤਿਹਾਸਕਾਰ ਕਹਿੰਦੇ ਨੇ ਕਿ ਇਹ ਜਿਹੜੀ ਧਰਤੀ ਅੰਮ੍ਰਿਤਸਰ ਦੀ ਹੈ, ਜਿੱਥੇ ਸਤਿਗੁਰੂ ਮਹਾਰਾਜ ਜੀ ਨੇ ਹਰਿਮੰਦਰ ਸਾਹਿਬ ਦੀ ਉਸਾਰੀ ਕੀਤੀ, ਜਿਸ ਜਗ੍ਹਾ 'ਤੇ ਉਹ ਹਰਿਮੰਦਰ ਦਾ ਅੰਮ੍ਰਿਤ ਸਰੋਵਰ ਹੈ, ਜਿਸ ਜਗ੍ਹਾ ਦੇ ਉੱਪਰ ਸਤਿਗੁਰੂ ਮਹਾਰਾਜ ਜੀ ਨੇ ਇਹ ਨਗਰ ਵਸਾਉਣਾ ਕੀਤਾ, ਜਿਸ ਜਗ੍ਹਾ ਦੇ ਉੱਪਰ ਸਤਿਗੁਰੂ ਮਹਾਰਾਜ ਜੀ ਨੇ ਆਪਣੀ ਰਿਹਾਇਸ਼ ਬਣਾਈ ਹੈ, ਇਸ ਧਰਤੀ ਨੂੰ ਜਿਹੜਾ ਧੰਨ ਗੁਰੂ ਰਾਮਦਾਸ ਮਹਾਰਾਜ ਜੀ ਨੇ ਉਸ ਵੇਲੇ 700 ਰੁਪਈਏ ਦੇ ਵਿੱਚ ਸੰਨ 1574 ਈਸਵੀ ਨੂੰ ਖਰੀਦਿਆ। ਤਿੰਨਾਂ ਪਿੰਡਾਂ ਦੀ ਇਹ ਜੂਹ ਲੱਗਦੀ ਹੈ। 3 ਪਿੰਡ ਨੇ, ਇੱਕ ਤਾਂ ਤੁੰਗ ਪਿੰਡ ਹੈ, ਦੂਸਰਾ ਗੁਮਟਾਲਾ ਤੇ ਤੀਸਰਾ ਸੁਲਤਾਨਵਿੰਡ।
ਸਤਿਗੁਰ ਸੱਚੇ ਪਾਤਸ਼ਾਹ ਮਹਾਰਾਜ ਜੀ ਨੇ ਸਭ ਤੋਂ ਪਹਿਲਾਂ ਗੁਰੂ ਰਾਮਦਾਸ ਜੀ ਨੇ ਇੱਥੇ ਅੰਮ੍ਰਿਤ ਸਰੋਵਰ ਦੀ ਖੁਦਵਾਈ ਕਰਵਾਈ। ਸਤਿਗੁਰ ਮਹਾਰਾਜ ਜੀ ਨੇ ਸਰੋਵਰ ਦੀ ਖੁਦਵਾਈ ਕਰਾਉਣ ਤੋਂ ਬਾਅਦ ਵਿੱਚ ਉਸ ਸਰੋਵਰ ਨੂੰ ਪੱਕਿਆਂ ਵੀ ਕੀਤਾ। ਦੁਬਾਰਾ ਫਿਰ ਗੁਰੂ ਅਰਜਨ ਦੇਵ ਮਹਾਰਾਜ ਜੀ ਉਸ ਸਰੋਵਰ ਨੂੰ ਪੱਕਿਆਂ ਕਰਦੇ ਨੇ ਤੇ ਬਿਲਕੁਲ ਉਸ ਸਰੋਵਰ ਦੇ ਵਿਚਕਾਰ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੀ ਨੀਂਹ ਸਾਈਂ ਮੀਆਂ ਮੀਰ ਤੋਂ ਰਖਵਾਉਂਦੇ ਨੇ। ਸਤਿਗੁਰੂ ਗੁਰੂ ਰਾਮਦਾਸ ਮਹਾਰਾਜ ਜੀ ਨੇ ਜਿਸ ਵੇਲੇ ਫਿਰ ਇਹ ਅੰਮ੍ਰਿਤਸਰ ਦਾ ਨਗਰ ਜਿਹੜਾ ਸੀ ਵਸਾਇਆ ਤੇ ਇੱਥੇ ਸਤਿਗੁਰੂ ਮਹਾਰਾਜ ਨੇ 52 ਵੱਖ-ਵੱਖ ਕਿੱਤਿਆਂ ਦੇ ਲੋਕਾਂ ਨੂੰ ਲਿਆ ਕੇ ਇੱਥੇ ਵਸਾਉਣਾ ਕੀਤਾ, ਜਿਨ੍ਹਾਂ ਨੇ ਇੱਥੇ ਆ ਕੇ ਕਿਰਤ ਕਮਾਉਣੀ ਸ਼ੁਰੂ ਕੀਤੀ। ਦੂਸਰਾ, ਸਤਿਗੁਰੂ ਮਹਾਰਾਜ ਇੱਕ ਤਾਂ ਕੇਂਦਰ ਅਸਥਾਨ ਸਿੱਖਾਂ ਦੇ ਵਾਸਤੇ ਬਣਾਇਆ ਤੇ ਦੂਸਰਾ ਧੰਨ ਗੁਰੂ ਰਾਮਦਾਸ ਮਹਾਰਾਜ ਪਾਤਸ਼ਾਹ ਜੀ ਨੇ ਆਪਣੀ ਰਿਹਾਇਸ਼ ਵਾਸਤੇ ਇੱਥੇ ਘਰ ਬਣਾਇਆ, ਜਿਸ ਘਰ ਨੂੰ ਅਸੀਂ ਅੱਜ ਸਤਿਕਾਰ ਦੇ ਨਾਲ ਗੁਰਦੁਆਰਾ ਗੁਰੂ ਕੇ ਮਹਿਲ ਆਖਦੇ ਹਾਂ। ਇਸ ਅਸਥਾਨ ਗੁਰਦੁਆਰਾ ਗੁਰੂ ਕੇ ਮਹਿਲ ਦੇ ਅੰਦਰ ਧੰਨ ਗੁਰੂ ਰਾਮਦਾਸ ਮਹਾਰਾਜ ਪਾਤਸ਼ਾਹ ਜੀ ਨੇ ਆਪਣਾ ਨਿਵਾਸ ਅਸਥਾਨ ਕੀਤਾ। ਉਸ ਤੋਂ ਬਾਅਦ ਵਿੱਚ ਧੰਨ ਗੁਰੂ ਅਰਜਨ ਦੇਵ ਮਹਾਰਾਜ ਪਾਤਸ਼ਾਹ ਜੀ, ਧੰਨ ਗੁਰੂ ਅਰਜਨ ਦੇਵ ਜੀ ਦਾ ਪ੍ਰਕਾਸ਼ ਭਾਵੇਂ ਗੋਇੰਦਵਾਲ ਸਾਹਿਬ ਦੀ ਧਰਤੀ ਤੇ ਹੋਇਆ, ਪਰ ਸਤਿਗੁਰੂ ਮਹਾਰਾਜ ਪਾਤਸ਼ਾਹ ਜੀ ਦੇ ਜਿਸ ਵੇਲੇ ਆਨੰਦ ਕਾਰਜ ਹੋਏ, ਬਰਾਤ ਦਾ ਜਦੋਂ ਆਰੰਭਤਾ ਹੁੰਦੀ ਹੈ ਤੇ ਉਹ ਵੀ ਗੁਰੂ ਕੇ ਮਹਿਲ ਦੇ ਅਸਥਾਨਾਂ ਤੋਂ ਗਈ ਤੇ ਮੌ ਸਾਹਿਬ ਜਾ ਕਰਕੇ ਮਾਤਾ ਗੰਗਾ ਜੀ ਦੇ ਨਾਲ ਸਤਿਗੁਰੂ ਮਹਾਰਾਜ ਜੀ ਦਾ ਆਨੰਦ ਕਾਰਜ ਹੋਇਆ। ਇਸੇ ਹੀ ਗੁਰੂ ਕੇ ਮਹਿਲ ਦੇ ਅਸਥਾਨ ਦੇ ਉੱਤੋਂ ਹੀ ਜਦੋਂ ਸਤਿਗੁਰੂ ਗੁਰੂ ਅਰਜਨ ਦੇਵ ਮਹਾਰਾਜ ਜੀ ਨੂੰ ਮਾਤਾ ਗੰਗਾ ਜੀ ਨੇ ਬੇਨਤੀ ਕੀਤੀ, ਸਤਿਗੁਰੂ ਮਹਾਰਾਜ ਮੇਰੀ ਜਿਹੜੇ ਰਿਸ਼ਤੇਦਾਰੀ ਨੇ, ਮੇਰੇ ਸਾਕ ਸੰਬੰਧੀ ਨੇ, ਸ਼ਰੀਕ ਜਿਹੜੇ ਨੇ, ਉਹ ਤਾਨੇ ਮਾਰਦੇ ਨੇ ਕਿ ਗੰਗਾ ਦੇ ਘਰ ਦੇ ਵਿੱਚ ਔਲਾਦ ਨਹੀਂ ਹੋਣੀ ਤੇ ਸਤਿਗੁਰੂ ਮਹਾਰਾਜ ਤੁਸੀਂ ਤਾਂ ਜਗਤ ਨੂੰ ਦਾਤਾਂ ਵੰਡਦੇ ਹੋ, ਕਿਰਪਾ ਕਰੋ ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਮੇਰੇ ਘਰ ਦੇ ਵਿੱਚ ਵੀ ਔਲਾਦ ਹੋਵੇ। ਉਸ ਵੇਲੇ ਧੰਨ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਮਹਾਰਾਜ ਜੀ ਨੇ ਮਾਤਾ ਗੰਗਾ ਜੀ ਨੂੰ ਸਤਿਕਾਰਯੋਗ ਬਾਬਾ ਬੁੱਢਾ ਸਾਹਿਬ ਜੀ ਦੇ ਕੋਲ, ਜਿਹੜੇ ਉਸ ਵੇਲੇ ਬੀੜ ਸਾਹਿਬ ਦੀ ਧਰਤੀ ਦੇ ਬਿਰਾਜਮਾਨ ਸਨ, ਸਤਿਗੁਰੂ ਗੁਰੂ ਅਰਜਨ ਦੇਵ ਮਹਾਰਾਜ ਨੇ ਇੱਥੋਂ ਹੀ ਗੁਰੂ ਕੇ ਮਹਿਲਾਂ ਦੇ ਅਸਥਾਨ ਤੋਂ ਹੀ ਮਾਤਾ ਗੰਗਾ ਜੀ ਨੂੰ ਬਾਬਾ ਬੁੱਢਾ ਸਾਹਿਬ ਜੀ ਦੇ ਕੋਲ ਅਰਦਾਸ ਕਰਾਉਣ ਹਿੱਤ ਭੇਜਿਆ। ਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਮਹਾਰਾਜ ਜੀ ਦਾ ਪ੍ਰਕਾਸ਼ ਅੰਮ੍ਰਿਤਸਰ ਦੇ ਕੋਲ ਵਡਾਲੀ ਨਗਰ ਦੇ ਵਿੱਚ ਹੋਇਆ। ਸਤਿਗੁਰੂ ਮਹਾਰਾਜ ਜੀ ਨੇ ਕੁਝ ਸਮਾਂ ਵਡਾਲੀ ਦੇ ਵਿੱਚ ਬਤੀਤ ਕੀਤਾ, ਉਪਰੰਤ ਸਤਿਗੁਰੂ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਲੰਮਾ ਸਮਾਂ ਜਿਹੜਾ ਸੀ ਉਹ ਤਕਰੀਬਨ 5 ਦਹਾਕਿਆਂ ਤੋਂ ਉੱਪਰ ਦਾ ਸਮਾਂ ਗੁਰਦੁਆਰਾ ਗੁਰੂ ਕਾ ਮਹਿਲ ਜਿੱਥੇ ਹੈ, ਇਸ ਅਸਥਾਨ ਦੇ ਉੱਪਰ ਸਤਿਗੁਰੂ ਮਹਾਰਾਜ ਨੇ ਆਪਣਾ ਨਿਵਾਸ ਅਸਥਾਨ ਬਣਾਇਆ। ਸਤਿਗੁਰੂ ਸੱਚੇ ਪਾਤਸ਼ਾਹ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਦੇ ਘਰ ਦੇ ਵਿੱਚ 5 ਪੁੱਤਰ ਤੇ 1 ਸਪੁੱਤਰੀ ਨੇ ਜਨਮ ਲਿਆ। ਸਭ ਤੋਂ ਵੱਡੇ ਸਤਿਕਾਰਯੋਗ ਬਾਬਾ ਗੁਰਦਿੱਤਾ ਜੀ ਨੇ। ਬਾਬਾ ਗੁਰਦਿੱਤਾ ਜੀ ਦਾ ਜਨਮ ਡਰੌਲੀ ਭਾਈ ਕੀ ਵਿਖੇ ਹੋਇਆ। ਮੋਗੇ ਜ਼ਿਲ੍ਹੇ ਦੇ ਅੰਦਰ ਨਗਰ ਹੈ ਡਰੌਲੀ ਭਾਈ, ਉੱਥੇ ਬਾਬਾ ਬੁੱਢਾ ਸਾਹਿਬ ਸਤਿਗੁਰੂ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਪਾਤਸ਼ਾਹ ਜੀ ਨੇ ਇਸ ਨਵਜੰਮੇ ਬਾਲਕ ਨੂੰ ਦੇਖਿਆ ਤੇ ਬਾਬਾ ਬੁੱਢਾ ਸਾਹਿਬ ਜੀ ਜਦੋਂ ਵੀ ਬਾਬਾ ਗੁਰਦਿੱਤਾ ਜੀ ਨੂੰ ਦੇਖਿਆ ਕਰਦੇ ਸੀ ਤੇ ਉਹਨਾਂ ਦੇ ਮੁਖ ਚੋਂ ਇਹ ਬਚਨ ਹੁੰਦੇ ਸੀ ਕਿ ਬਾਬਾ ਗੁਰਦਿੱਤਾ ਜੀ ਦਾ ਸਰੂਪ ਜਿਹੜਾ ਹੈ, ਬਾਹਰੋਂ ਚਿਹਰਾ, ਸਰੀਰ ਦੀ ਡੀਲ ਡੋਲ ਜਿਹੜੀ ਹੈ, ਉਹ ਧੰਨ ਗੁਰੂ ਨਾਨਕ ਦੇਵ ਮਹਾਰਾਜ ਪਾਤਸ਼ਾਹ ਨਾਲ ਬਿਲਕੁਲ ਮੇਲ ਖਾਂਦੀ ਹੈ। ਔਰ ਬਹੁਤ ਸਾਰੀਆਂ ਕੁਝ ਵਿਸ਼ੇਸ਼ ਸੀ ਗੱਲਾਂ, ਉਹ ਗੁਰੂ ਨਾਨਕ ਦੇਵ ਮਹਾਰਾਜ ਜੀ ਤੇ ਬਾਬਾ ਗੁਰਦਿੱਤਾ ਜੀ ਦੇ ਜੀਵਨ ਦੇ ਵਿੱਚ ਬਹੁਤ ਮੇਲ ਖਾਂਦੀਆਂ ਨੇ। ਬਾਬਾ ਗੁਰਦਿੱਤਾ ਜੀ ਜਿਹੜੇ ਨੇ, ਧੰਨ ਗੁਰੂ ਨਾਨਕ ਦੇਵ ਮਹਾਰਾਜ ਜੀ ਦਾ ਵੀ ਸਹੁਰਿਆਂ ਦਾ ਨਗਰ ਜਿਹੜਾ ਹੈ ਉਹ ਬਟਾਲੇ ਦੀ ਧਰਤੀ ਹੈ। ਬਾਬਾ ਗੁਰਦਿੱਤਾ ਜੀ ਦਾ ਸਹੁਰਿਆਂ ਦਾ ਨਗਰ ਵੀ ਬਟਾਲਾ ਹੈ। ਧੰਨ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਮਹਾਰਾਜ ਜੀ ਦੇ 2 ਸਪੁੱਤਰ ਨੇ, ਬਾਬਾ ਸ੍ਰੀ ਚੰਦ ਤੇ ਬਾਬਾ ਲਖਮੀ ਦਾਸ, ਤੇ ਉਸੇ ਤਰ੍ਹਾਂ ਬਾਬਾ ਗੁਰਦਿੱਤਾ ਜੀ ਦੇ ਜਿਹੜੇ ਨੇ 2 ਸਪੁੱਤਰ ਨੇ, ਇੱਕ ਹਨ ਧੰਨ ਗੁਰੂ ਹਰਿਰਾਏ ਸਾਹਿਬ ਮਹਾਰਾਜ ਤੇ ਦੂਸਰਾ ਹੈ ਧੀਰਮਲ। ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਜੀ ਦੇ ਘਰ ਪਹਿਲੇ ਸਪੁੱਤਰ ਦਾ ਜਨਮ ਜਿਹੜਾ ਹੈ ਉਹ ਜ਼ਿਲ੍ਹਾ ਮੋਗਾ ਦੇ ਅੰਦਰ ਡਰੌਲੀ ਭਾਈ ਕੀ ਵਿਖੇ ਹੋਇਆ। ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਉਸ ਤੋਂ ਉਪਰੰਤ ਧੰਨ ਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਮਹਾਰਾਜ ਜਿਹੜੇ ਸਨ, ਉਹ ਗੁਰੂ ਕੇ ਮਹਿਲਾਂ 'ਚ ਆ ਕੇ ਨਿਵਾਸ ਕੀਤਾ।
ਇਸ ਅਸਥਾਨ ਦੇ ਉੱਤੇ ਸਤਿਗੁਰੂ ਮਹਾਰਾਜ ਜੀ ਦੇ ਗ੍ਰਹਿ ਵਿਖੇ ਬਾਬਾ ਸੂਰਜਮਲ, ਬਾਬਾ ਅਟਲ ਰਾਏ, ਬਾਬਾ ਅਨੀ ਰਾਏ, ਇੱਕ ਸਪੁੱਤਰੀ ਹੈ ਜਿਨ੍ਹਾਂ ਦਾ ਨਾਂ ਹੈ ਬੀਬੀ ਵੀਰੋ, ਉਹਨਾਂ ਦਾ ਪ੍ਰਕਾਸ਼ ਹੋਇਆ, ਜਿਨ੍ਹਾਂ ਦੀ ਸ਼ਤਾਬਦੀ ਅਸੀਂ ਮਨਾਉਂਦੇ ਪਏ ਹਾਂ। ਧੰਨ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਮਹਾਰਾਜ ਇਹ ਸਤਿਗੁਰੂ ਮਹਾਰਾਜ ਜੀ ਦੀ 6ਵੀਂ ਸੰਤਾਨ ਹਨ, 5ਵੇਂ ਪੁੱਤਰ ਹਨ, ਔਰ ਸੰਤਾਨ ਜਿਹੜੀ ਹੈ 6ਵੀਂ ਸੰਤਾਨ ਦੇ ਅਸਥਾਨ ਤੇ ਹਨ। ਅੰਮ੍ਰਿਤ ਵੇਲਾ ਹੈ, ਵਿਸਾਖ ਵਦੀ 5ਵੀਂ ਹੈ, ਸਨ 1600 ਸੰਮਤ 1678 ਹੈ, ਤੇ ਇਹਦੇ ਮੁਤਾਬਕ ਜਿਹੜੀ ਹੈ ਅਪ੍ਰੈਲ 1621 ਦਾ ਦਿਨ ਬਣਦਾ ਹੈ। ਸਤਿਗੁਰੂ ਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਮਹਾਰਾਜ ਉਸ ਵੇਲੇ ਅੰਮ੍ਰਿਤਸਰ ਦੇ ਅੰਦਰ ਹਰਿਮੰਦਰ ਸਾਹਿਬ ਦੇ ਅੰਦਰ ਧੰਨ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਅੰਮ੍ਰਿਤ ਵੇਲੇ ਆਸਾ ਕੀ ਵਾਰ ਦਾ ਕੀਰਤਨ ਸਰਵਣ ਕਰਦੇ ਹਨ। ਸਤਿਗੁਰੂ ਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਮਹਾਰਾਜ ਨੂੰ ਉਸ ਵੇਲੇ ਜਾ ਕੇ ਮੇਵੜੇ ਨੇ ਬਚਨ ਕਹੇ ਕਿ ਸਤਿਗੁਰ ਮਹਾਰਾਜ ਆਪ ਜੀ ਦੇ ਮਹਿਲ ਸਤਿਕਾਰਯੋਗ ਮਾਤਾ ਨਾਨਕੀ ਜੀ ਦੇ ਗ੍ਰਹਿ ਵਿਖੇ ਉਹਨਾਂ ਦੀ ਕੁੱਖ ਤੋਂ ਬਾਲਕ ਨੇ ਜਨਮ ਲਿਆ ਹੈ। ਸਤਿਗੁਰੂ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਪਾਤਸ਼ਾਹ ਜੀ ਉਹ ਰੁਕੇ ਨੇ ਹਰਿਮੰਦਰ ਸਾਹਿਬ ਦੇ ਅੰਦਰ, ਆਸਾ ਕੀ ਵਾਰ ਦੀ ਸੰਪੂਰਨਤਾ ਹੋਈ। ਇਤਿਹਾਸ ਕਹਿੰਦਾ ਹੈ ਕਿ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜਦੋਂ ਨਵ ਜੰਮੇ ਬਾਲਕ ਨੂੰ ਦੇਖਣ ਵਾਸਤੇ ਆਪਣੇ ਮਹਿਲ, ਆਪਣੇ ਅਸਥਾਨ, ਆਪਣੇ ਘਰ ਗੁਰਦੁਆਰਾ ਗੁਰੂ ਕੇ ਮਹਿਲ ਜਾਂਦੇ ਨੇ, ਤੇ ਉਸ ਵੇਲੇ ਸਤਿਗੁਰ ਮਹਾਰਾਜ ਜੀ ਨੇ ਨਵ ਜੰਮੇ ਬਾਲਕ ਧੰਨ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਮਹਾਰਾਜ ਨੂੰ ਆਪਣੇ ਹੱਥਾਂ ਦੇ ਵਿੱਚ ਲੈਣਾ ਕੀਤਾ, ਔਰ ਸਤਿਗੁਰ ਮਹਾਰਾਜ ਜੀ ਨੇ ਉਸ ਵੇਲੇ ਜਿਹੜਾ ਸੀ ਆਪਣਾ ਕੁਝ ਸੀਸ ਜਿਹੜਾ ਸੀ ਉਹ ਨਿਵਾਉਣਾ ਕੀਤਾ। ਇਤਿਹਾਸ ਕਹਿੰਦਾ ਹੈ ਕਿ ਨਾਲ ਬਾਬਾ ਬਿਧੀ ਚੰਦ ਸਾਹਿਬ ਜੀ ਉਸ ਵੇਲੇ ਸਨ। ਉਹਨਾਂ ਨੇ ਬਚਨ ਕਹੇ ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਆਪ ਜੀ ਨੇ ਸਿਰ ਕਿਉਂ ਨਿਵਾਇਆ। ਦੇਖੋ ਉਸ ਵੇਲੇ ਦੇ ਸਿੱਖ ਜਿਹੜੇ ਨੇ ਕਿੰਨੇ ਸੁਚੇਤ ਹਨ। ਸਿੱਖ ਹਰ ਵੇਲੇ ਗੁਰੂ ਦੇ ਚਿਹਰੇ ਨੂੰ ਦੇਖਦੇ ਨੇ, ਗੁਰੂ ਦੇ ਇਸ਼ਾਰੇ ਦੀ ਉਡੀਕ ਕਰਦੇ ਨੇ ਕਿ ਸਤਿਗੁਰ ਮਹਾਰਾਜ ਕਿਹੜਾ ਇਸ਼ਾਰਾ ਕਰਨ ਤੇ ਅਸੀਂ ਉਸੇ ਵੇਲੇ ਉਹ ਸੇਵਾ ਤਤਪਰ ਹੋ ਕੇ ਕਰ ਸਕੀਏ। ਬਾਬਾ ਬਿਧੀ ਚੰਦ ਸਾਹਿਬ ਜੀ ਸਤਿਗੁਰ ਮਹਾਰਾਜ ਜੀ ਦੇ ਇਸ਼ਾਰੇ ਨੂੰ ਪਾਸਿਆ ਤੇ ਮਹਾਰਾਜ ਨੂੰ ਬੇਨਤੀ ਕੀਤੀ ਹੈ ਕਿ ਸਤਿਗੁਰ ਮਹਾਰਾਜ ਅੱਜ ਸੀਸ ਕਿਉਂ ਝੁਕਾਉਣਾ ਕੀਤਾ ਹੈ, ਕਿਉਂਕਿ ਜਦੋਂ ਵੀ ਅਸੀਂ ਅੱਜ ਵੀ ਗੁਰੂ ਕੀ ਹਜ਼ੂਰੀ ਦੇ ਵਿੱਚ ਆਉਂਦੇ ਆ ਨਾ, ਤੇ ਸਾਡੇ ਮਨ ਦੇ ਵਿੱਚ ਨਾ ਕਈ ਤਰ੍ਹਾਂ ਦੇ ਸ਼ੰਕੇ ਸਵਾਲ ਜਾਂ ਕਈ ਤਰ੍ਹਾਂ ਦੀਆਂ ਅਸੀਂ ਆਸਾਂ ਲੈ ਕਰਕੇ ਆਉਂਦੇ ਹਾਂ, ਤੇ ਸਤਿਗੁਰ ਮਹਾਰਾਜ ਜੀ ਦੇ ਚਰਨਾਂ ਦੇ ਵਿੱਚ ਅਰਦਾਸ ਕਰਦੇ ਹਾਂ। ਤੇ ਅਰਦਾਸ ਕਰਦਿਆਂ ਹੋਇਆਂ ਕਈ ਵਾਰੀ ਅਸੀਂ ਮਨ ਦੇ ਵਿੱਚ ਇਹ ਵੀ ਸੋਚ ਲੈਂਦੇ ਹਾਂ ਕਿ ਪਤਾ ਨਹੀਂ ਕਿ ਸਤਿਗੁਰ ਸੱਚੇ ਪਾਤਸ਼ਾਹ ਮਹਾਰਾਜ ਸਾਡੀ ਬੇਨਤੀ ਨੂੰ ਸੁਣਨਗੇ ਵੀ ਕਿ ਨਹੀਂ। ਸਤਿਗੁਰ ਮਹਾਰਾਜ ਪਾਤਸ਼ਾਹ ਪਾਵਨ ਬਾਣੀ ਦੇ ਵਿੱਚ ਕਿਰਪਾ ਕੀਤੀ। ਗੁਰੂ ਕੇ ਐਸੇ ਬਚਨ ਨੇ, ਸਤਿਗੁਰ ਮਹਾਰਾਜ ਪਾਤਸ਼ਾਹ ਕਹਿੰਦੇ ਨੇ ਸਦ ਸੁਣਦਾ ਸਦ ਵੇਖਦਾ, ਕਿ ਵਾਹਿਗੁਰੂ ਪਰਮਾਤਮਾ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜਿਹੜੇ ਹਨ ਉਹ ਸਦਾ ਹੀ ਸਾਨੂੰ ਸੁਣਦੇ ਨੇ ਤੇ ਸਦਾ ਸਾਨੂੰ ਦੇਖਦੇ ਆ। ਇਹ ਜ਼ਰੂਰੀ ਨਹੀਂ ਕਿ ਅਸੀਂ ਕੇਵਲ ਗੁਰੂ ਕੀ ਹਜ਼ੂਰੀ ਵਿੱਚ ਆਉਣੇ ਆ ਤੇ ਤਾਂ ਹੀ ਸਤਿਗੁਰ ਮਹਾਰਾਜ ਜੀ ਦੇ ਸਾਨੂੰ ਉਪਦੇਸ਼, ਤਾਂ ਹੀ ਸਾਨੂੰ ਦਰਸ਼ਨ ਹੋਣਗੇ ਜਾਂ ਤਾਂ ਹੀ ਸਾਨੂੰ ਉਹਨਾਂ ਦਾ ਪਤਾ ਲੱਗੇਗਾ। ਸਤਿਗੁਰ ਮਹਾਰਾਜ ਜੀ ਕਹਿੰਦੇ ਨੇ ਕਿ ਗੁਰੂ ਗ੍ਰੰਥ ਸਾਹਿਬ ਮਹਾਰਾਜ ਵਿਆਪਕ ਰੂਪ ਦੇ ਵਿੱਚ ਹਨ, ਸ਼ਬਦ ਰੂਪ ਦੇ ਵਿੱਚ ਉਹ ਮੌਜੂਦ ਨੇ। ਅਸੀਂ ਘਰ ਤੋਂ ਜਦੋਂ ਤੁਰਨ ਲੱਗਦੇ ਆ ਨਾ, ਘਰੇ ਬੈਠਿਆਂ ਜਦੋਂ ਅਸੀਂ ਗੁਰੂ ਨੂੰ ਯਾਦ ਕਰਦੇ ਹਾਂ, ਗੁਰੂ ਸਾਨੂੰ ਉਸ ਵੇਲੇ ਵੀ ਸੁਣ ਲੈਂਦਾ ਹੈ। ਮਨ ਦੇ ਵਿੱਚ ਜੋ ਵੀ ਸਾਡੇ ਸ਼ਰਧਾ ਬਣੇ, ਜੋ ਭਾਵਨਾ ਬਣੇ, ਜੋ ਤਰਲਾ ਅਰਦਾਸ ਬਣੇ, ਅਸੀਂ ਕਿਤੇ ਵੀ ਹੋਈਏ ਸਤਿਗੁਰ ਮਹਾਰਾਜ ਪਾਤਸ਼ਾਹ ਉੱਥੇ ਹੀ ਸਾਡੀ ਅਰਦਾਸ ਨੂੰ ਜ਼ਰੂਰ ਸੁਣਦਾ ਹੈ। ਦੂਸਰਾ ਕਿ ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਕਿ ਅਸੀਂ ਜਦੋਂ ਗੁਰੂ ਕੀ ਹਜ਼ੂਰੀ ਵਿੱਚ ਆਉਨੇ ਆ, ਇਸ਼ਾਰੇ ਤੋਂ ਕੀ ਭਾਵ ਕਿ ਜਦੋਂ ਅਸੀਂ ਸਤਿਗੁਰ ਦੀ ਹਜ਼ੂਰੀ ਵਿੱਚ ਆਏ ਤੇ ਸਾਡੇ ਮਨ ਦੇ ਵਿੱਚ ਕੋਈ ਸਵਾਲ ਹੁੰਦਾ ਹੈ, ਤੇ ਕਈ ਵਾਰੀ ਕੀ ਲੋਕ ਕਈ ਆਖਦੇ ਨੇ ਕਿ ਨਹੀਂ ਜੀ ਗੁਰੂ ਤਾਂ ਦੇਹਧਾਰੀ ਚਾਹੀਦਾ ਹੈ, ਜੇ ਦੇਹਧਾਰੀ ਗੁਰੂ ਹੋਵੇਗਾ ਤੇ ਉਹ ਸਾਡੀ ਗੱਲ ਨੂੰ ਸਮਝਾ ਸਕਦਾ ਹੈ, ਸਾਡੀ ਗੱਲ ਨੂੰ ਸੁਣ ਸਕਦਾ ਹੈ, ਜਾਂ ਸਾਡਾ ਜੋ ਵੀ ਪ੍ਰਸ਼ਨ ਹੋਵੇ ਉਹਦਾ ਉੱਤਰ ਦੇ ਸਕਦਾ ਹੈ। ਤੇ ਸਤਿਗੁਰੂ ਮਹਾਰਾਜ ਪਾਤਸ਼ਾਹ ਜੀ ਕਹਿੰਦੇ ਨੇ ਨਹੀਂ, ਗੁਰੂ ਤਾਂ ਸਦਾ ਹੀ ਜਾਗਦਾ ਹੈ, ਗੁਰੂ ਤਾਂ ਸਦਾ ਹੀ ਸੁਣਦਾ ਹੈ, ਗੁਰੂ ਤਾਂ ਸਦਾ ਹੀ ਦੇਖਦਾ ਹੈ। ਸਤਿਗੁਰੂ ਮਹਾਰਾਜ ਪਾਤਸ਼ਾਹ ਕਹਿੰਦੇ ਫਿਰ ਪ੍ਰਸ਼ਨ ਦਾ ਉੱਤਰ ਕਿਵੇਂ ਮਿਲੇਗਾ। ਮਹਾਰਾਜ ਕਹਿੰਦੇ ਨੇ ਜਦੋਂ ਆ ਕਰਕੇ ਸਤਿਗੁਰ ਦੇ ਸਨਮੁਖ ਹੱਥ ਜੋੜ ਕੇ ਭਿੱਜ ਕਰਕੇ
ਯਕੀਨ ਕਰਕੇ, ਭਰੋਸਾ ਵਿਸ਼ਵਾਸ ਰੱਖ ਕੇ ਜਦੋਂ ਗੁਰੂ ਚਰਨਾਂ 'ਚ ਅਰਦਾਸ ਕਰਕੇ ਆਖੇਂਗਾ, ਸਤਿਗੁਰ ਮਹਾਰਾਜ ਅੱਜ ਮੇਰੇ ਮਨ ਦੇ ਵਿੱਚ ਆਹ ਸ਼ੰਕਾ ਸੀ, ਅੱਜ ਮੇਰੇ ਮਨ ਦੇ ਵਿੱਚ ਆਹ ਸਵਾਲ ਸੀ, ਆਪ ਕਿਰਪਾ ਕਰੋ ਸਤਿਗੁਰ ਮਹਾਰਾਜ ਇਹਨਾਂ ਸਵਾਲਾਂ ਦਾ ਆਪ ਜੀ ਉੱਤਰ ਦੇਵੋ। ਤੇ ਯਕੀਨ ਕਰਕੇ ਜਾਣੋ, ਜਦੋਂ ਆਪ ਜੀ ਬਾਣੀ ਨੂੰ ਸਤਿਗੁਰ ਮਹਾਰਾਜ ਜੀ ਦੀ ਹਜ਼ੂਰੀ ਵਿੱਚ ਬੈਠ ਕੇ ਸਰਵਣ ਕਰੋਗੇ, ਜਦੋਂ ਸਤਿਗੁਰ ਮਹਾਰਾਜ ਜੀ ਦੀ ਹਜ਼ੂਰੀ ਵਿੱਚ ਬੈਠ ਕੇ ਗੁਰਬਾਣੀ ਦਾ ਕੀਰਤਨ ਸਰਵਣ ਕਰੋਗੇ, ਜਾਂ ਸਤਿਗੁਰ ਮਹਾਰਾਜ ਪਾਤਸ਼ਾਹ ਜੀ ਦੇ ਪਾਵਨ ਸ਼ਬਦ ਦੀ ਵਿਚਾਰ ਆਪ ਜੀ ਸਰਵਣ ਕਰੋਗੇ, ਸਾਡੇ ਬਹੁਤ ਸਾਰੇ ਐਸੇ ਸਵਾਲ ਲੈ ਕੇ ਜਿਹੜੇ ਅਸੀਂ ਆਉਨੇ ਆ, ਸਤਿਗੁਰ ਮਹਾਰਾਜ ਪਾਤਸ਼ਾਹ ਜੀ ਉਹਨਾਂ ਸਵਾਲਾਂ ਦਾ ਉੱਤਰ ਬਾਣੀ ਦੇ ਵਿੱਚੋਂ ਸਾਨੂੰ ਦਿੰਦੇ ਨੇ। ਪਰ ਜ਼ਰੂਰਤ ਪਤਾ ਕੀ ਹੈ ਕਿ ਸਿਰਫ ਭਾਵਨਾ ਦੇ ਨਾਲ ਬੈਠਣ ਦੀ। ਜਦੋਂ ਸ਼ਰਧਾ ਲੈ ਕਰਕੇ ਸਤਿਗੁਰ ਮਹਾਰਾਜ ਜੀ ਦੀ ਹਜ਼ੂਰੀ ਵਿੱਚ ਬੈਠਾਂਗੇ, ਭਾਵਨਾ ਦੇ ਨਾਲ ਗੁਰੂ ਨੂੰ ਪੁੱਛਾਂਗੇ, ਤੇ ਸਤਿਗੁਰ ਮਹਾਰਾਜ ਸੱਚੇ ਪਾਤਸ਼ਾਹ ਉਸ ਵੇਲੇ ਸਾਡੀ ਭਾਵਨਾ ਦਾ ਉੱਤਰ ਜ਼ਰੂਰ ਦਿੰਦੇ ਨੇ। ਧੰਨ ਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਮਹਾਰਾਜ ਜੀ ਨੇ ਜਿਸ ਵੇਲੇ ਬਾਲਕ ਨੂੰ ਸੀਸ ਨਵਾਇਆ, ਤੇ ਇਤਿਹਾਸ ਦੇ ਬਚਨ ਨੇ ਕਿ ਤਬ ਗੁਰ ਸਿਸਕੋ ਬੰਧਨ ਕੀਨੀ ਅਤ ਹਿਤ ਲਾਏ। ਹਿਤ ਲਾਏ ਤੋਂ ਭਾਵ ਕਿ ਬੜੇ ਪ੍ਰੇਮ ਦੇ ਨਾਲ ਸਤਿਗੁਰੂ ਧੰਨ ਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਮਹਾਰਾਜ ਜੀ ਨੇ ਨਵ ਜੰਮੇ ਬਾਲਕ ਨੂੰ ਸੀਸ ਝੁਕਾਉਣਾ ਕੀਤਾ। ਤੇ ਧੰਨ ਬਾਬਾ ਬਿਧੀ ਚੰਦ ਸਾਹਿਬ ਜੀ ਨੇ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਦਾ ਝੁਕਿਆ ਹੋਇਆ ਸੀਸ ਦੇਖਿਆ, ਤੇ ਮਹਾਰਾਜ ਜੀ ਨੂੰ ਬੇਨਤੀ ਕੀਤੀ, ਸਤਿਗੁਰ ਮਹਾਰਾਜ ਆਪ ਜੀ ਦੇ ਘਰ ਦੇ ਵਿੱਚ 4 ਸਪੁੱਤਰ ਨੇ। ਪਹਿਲਾਂ ਬਾਬਾ ਗੁਰਦਿੱਤਾ ਜੀ ਨੇ, ਬਾਬਾ ਸੂਰਜਮਲ ਹੈ, ਬਾਬਾ ਅਟਲ ਰਾਏ ਹੈ, ਬਾਬਾ ਅਨੀ ਰਾਏ ਹੈ। ਆਪ ਜੀ ਨੇ ਉਸ ਵੇਲੇ ਸੀਸ ਨਹੀਂ ਝੁਕਾਇਆ। ਮਹਾਰਾਜ ਕੀ ਕਾਰਨ ਕਿ ਅੱਜ ਨਵ ਜੰਮਿਆ ਬਾਲਕ ਆਪ ਜੀ ਦੇ ਘਰ ਦੇ ਵਿੱਚ ਆਇਆ, ਤੇ ਆਪ ਜੀ ਉਸ ਨੂੰ ਸੀਸ ਝੁਕਾਉਂਦੇ ਹੋ। ਧੰਨ ਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਮਹਾਰਾਜ ਜੀ ਨੇ ਉਸ ਵੇਲੇ ਕਿਹਾ ਸੀ ਕਿ ਦੀਨ ਰਸ਼ ਸੰਕਟ ਹਰੈ, ਕਿ ਇਹ ਜਿਹੜਾ ਬਾਲਕ ਸਾਡੇ ਘਰ ਦੇ ਵਿੱਚ ਜਨਮਿਆ ਹੈ, ਇਹ ਦੀਨ ਰਸ਼ਕ ਹੋਏਗਾ। ਮਹਾਰਾਜ ਨੇ ਬਾਣੀ ਦੇ ਵਿੱਚ ਬਚਨ ਕਹੇ ਕਿ ਸੂਰਾ ਸੋ ਪਹਿਚਾਨੀਏ ਜੋ ਲਰੇ ਦੀਨ ਕੇ ਹੇਤ। ਦੀਨ ਦਾ ਅਰਥ ਜਿਹੜਾ ਹੈ ਉਹ ਧਰਮ ਵੀ ਕੀਤਾ ਜਾਂਦਾ ਹੈ, ਤੇ ਦੀਨ ਦਾ ਅਰਥ ਜਿਹੜਾ ਹੈ ਉਹ ਨਿਮਾਣਾ ਤੇ ਨਿਤਾਣਾ ਵੀ ਕੀਤਾ ਜਾਂਦਾ ਹੈ। ਹੁਣ ਜਿਹੜੇ ਕਸ਼ਮੀਰੀ ਪੰਡਤ ਜਿਹੜੇ ਸਨ ਸਤਿਗੁਰ ਮਹਾਰਾਜ ਜੀ ਦੇ ਕੋਲ ਆਨੰਦਪੁਰ ਸਾਹਿਬ ਦੀ ਧਰਤੀ ਤੇ ਆਏ, ਉਹ ਧਨ ਕਰਕੇ ਗਰੀਬ ਨਹੀਂ ਸਨ। ਉਹਨਾਂ ਕੋਲ ਧਨ ਦੌਲਤ ਬਹੁਤ ਸੀ, ਧਰਮ ਕਰਕੇ ਵੀ ਉਹ ਗਰੀਬ ਨਹੀਂ ਸੀ। ਉਹਨਾਂ ਕੋਲ ਧਰਮ ਵੀ ਸੀ, ਪਰ ਕੇਵਲ ਇਸ ਕਰਕੇ ਆਏ ਕਿਉਂਕਿ ਉਹ ਦੀਨ ਬਣ ਕੇ ਆਏ, ਕਿਉਂਕਿ ਉਹਨਾਂ ਦਾ ਧਰਮ ਜਿਹੜਾ ਸੀ ਉਹ ਔਰੰਗਜ਼ੇਬ ਦੇ ਕਰਕੇ ਲੁੱਟਿਆ ਜਾ ਰਿਹਾ ਸੀ। ਸਤਿਗੁਰ ਮਹਾਰਾਜ ਕਹਿੰਦੇ ਨੇ ਦੀਨ ਰਸ਼ ਸੰਕਟ ਹਰੈ। ਇਹ ਤਾਂ ਦੀਨਾਂ ਦਾ, ਨਿਮਾਣਿਆਂ ਦਾ, ਨਿਤਾਣਿਆਂ ਦਾ ਰਕਸ਼ਕ ਬਣ ਕੇ ਆਇਆ ਹੈ। ਇਹ ਤਾਂ ਲੋਕਾਂ ਦੇ ਜਿਹੜੇ ਸੰਕਟ ਨੇ ਉਹ ਆਪਣੇ ਸਿਰ ਦੇ ਉੱਤੇ ਲੈ ਲਵੇਗਾ। ਸਤਿਗੁਰ ਮਹਾਰਾਜ ਪਾਤਸ਼ਾਹ ਨੇ ਇਹ ਵੀ ਬਚਨ ਕਹੇ, ਇਤਿਹਾਸ ਕਹਿੰਦਾ ਹੈ, ਇਹ ਨਿਰਭੈ ਜਰ ਤੁਰਕ ਔਖੇਰੀ। ਸਤਿਗੁਰ ਸੱਚੇ ਪਾਤਸ਼ਾਹ ਮਹਾਰਾਜ ਕਹਿੰਦੇ ਨੇ ਇਹ ਨਿਰਭੈ ਹੈ, ਇਹਨੂੰ ਕਿਸੇ ਦਾ ਡਰ ਨਹੀਂ, ਕਿਉਂਕਿ ਮਹਾਰਾਜ ਪਾਤਸ਼ਾਹ ਜੀ ਦੇ ਬਚਨ ਹਨ, ਭੈ ਕਾਹੂ ਕੋ ਦੇਤ ਨਹਿ ਨਹਿ ਪੈ ਮਾਨਤ ਆਨ। ਗੁਰੂ ਤੇਗ ਬਹਾਦਰ ਮਹਾਰਾਜ ਕਹਿੰਦੇ ਨੇ ਨਾ ਤਾਂ ਡਰਨਾ ਹੈ ਤੇ ਨਾ ਡਰਾਉਣਾ ਹੈ। ਸਤਿਗੁਰ ਮਹਾਰਾਜ ਉਸ ਵੇਲੇ ਜਨਮ ਦੇ ਸਮੇਂ, ਪ੍ਰਕਾਸ਼ ਦੇ ਸਮੇਂ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਦੇ ਬਚਨ ਸਨ, ਇਹ ਨਿਰਭੈ ਜੜ ਤੁਰਕ ਔਖੇਰੀ। ਜੜ ਤੋਂ ਭਾਵ ਕੇ ਜੜ, ਤੁਰਕਾਂ ਦੀ ਜੜ ਨੂੰ ਜਿਹੜਾ ਹੈ ਇਹ ਬਾਲਕ ਪੁੱਟ ਕੇ ਰੱਖ ਦਏਗਾ। ਧਰਮ ਰਾਖ ਹੈ ਭਨੋ, ਇਹ ਧਰਮ ਦਾ ਰੱਖਿਅਕ ਬਣ ਕੇ ਆਏਗਾ। ਤੇ ਗਿਆਨੀ ਗਿਆਨ ਸਿੰਘ ਕਹਿੰਦੇ ਨੇ ਭਾਰ ਧਰੇ ਹਰਬੋ, ਇਹ ਤਾਂ ਧਰਤੀ ਦਾ ਭਾਰ ਹੌਲਾ ਕਰਨ ਵਾਸਤੇ ਆਇਆ ਹੈ, ਇਹ ਤਾਂ ਧਰਤੀ ਦੇ ਭਾਰ ਨੂੰ ਆਪਣੇ ਉੱਪਰ ਲੈ ਲਵੇਗਾ। ਸਤਿਗੁਰ ਮਹਾਰਾਜ ਪਾਤਸ਼ਾਹ ਜੀ ਦਾ ਚੁੱਕਿਆ ਹੋਇਆ ਉਸ ਵੇਲੇ ਦਾ ਸੀਸ ਤੇ ਬਾਬਾ ਬਿਧੀ ਚੰਦ ਸਾਹਿਬ ਜੀ ਦਾ ਇਹ ਸਵਾਲ ਸੀ, ਕਿਉਂਕਿ ਇਤਿਹਾਸ ਦੇ ਵਿੱਚ ਇਹ ਘਟਨਾ ਇਸ ਤਰ੍ਹਾਂ ਦੀ ਪਹਿਲੋਂ ਵੀ ਵਾਪਰਦੀ ਹੈ। ਧੰਨ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਮਹਾਰਾਜ ਗੁਰਤਾ ਗੱਦੀ ਤੇ ਜਿਸ ਵੇਲੇ ਬਿਰਾਜਮਾਨ ਸਨ, ਤੀਸਰਾ ਦੋਤੇ ਦਾ ਪ੍ਰਕਾਸ਼ ਜਗਤ ਦੇ ਵਿੱਚ ਹੋ ਚੁੱਕਿਆ ਹੈ, ਜਿਹਨੂੰ ਸਤਿਗੁਰ ਮਹਾਰਾਜ ਬਾਣੀ 'ਚ ਕਹਿੰਦੇ, ਤੈਂ ਜਨਮਤ ਗੁਰਮਤ ਬ੍ਰਹਮ ਪਛਾਣਿਓ, ਕਿ ਹੇ ਧੰਨ ਗੁਰੂ ਅਰਜਨ ਦੇਵ ਮਹਾਰਾਜ ਆਪ ਜੀ ਜੰਮਦਿਆਂ ਤੋਂ ਹੀ, ਆਪ ਜੀ ਜਿਸ ਵੇਲੇ ਸੰਸਾਰ ਦੇ ਵਿੱਚ ਪ੍ਰਗਟ ਹੋਏ ਹੋ, ਉਸ ਵੇਲੇ ਤੋਂ ਹੀ ਆਪ ਜੀ ਨੇ ਬ੍ਰਹਮ ਦੀ ਪਛਾਣ ਕੀਤੀ ਹੈ। ਸਤਿਗੁਰ ਸੱਚੇ ਪਾਤਸ਼ਾਹ ਮਹਾਰਾਜ ਗੁਰੂ ਅਮਰਦਾਸ ਜੀ ਆਪਣੇ
ਕਮਰੇ ਦੇ ਅੰਦਰ ਆਪਣੇ ਪਲੰਗ ਆਪਣੇ ਮੰਜੇ ਦੇ ਉੱਤੇ ਵਿਰਾਜਮਾਨ ਨੇ। ਧੰਨ ਗੁਰੂ ਅਮਰਦਾਸ ਮਹਾਰਾਜ ਜੀ ਦੇ ਨੇਤਰ ਉਸ ਵੇਲੇ ਜਿਹੜੇ ਸਨ ਉਹ ਬੰਦ ਸਨ। ਬਾਲਕ ਧੰਨ ਗੁਰੂ ਅਰਜਨ ਦੇਵ ਮਹਾਰਾਜ ਜੀ ਅਜੇ ਤੁਰਦੇ ਨਹੀਂ, ਅਜੇ ਕੇਵਲ ਰਿੜ੍ਹਦੇ ਨੇ। ਤੇ ਰਿੜ੍ਹਦਿਆਂ ਹੋਇਆਂ ਸਤਿਗੁਰ ਮਹਾਰਾਜ ਜਿਸ ਕਮਰੇ ਦੇ ਵਿੱਚ ਵਿਰਾਜਮਾਨ ਸਨ ਉਸ ਕਮਰੇ ਨੂੰ ਆ ਕਰਕੇ ਮੱਥਾ ਲਾਇਆ। ਮੱਥਾ ਲਾ ਕਰਕੇ ਉਹਦਾ ਬੂਹਾ ਜਿਹੜਾ ਸੀ ਖੋਲ੍ਹਿਆ, ਕਿਉਂਕਿ ਪਹਿਲੋਂ ਛੋਟੇ ਬਾਲਕ ਰੂਪ 'ਚ ਸਨ ਤੇ ਬਾਲਕ ਰੂਪ ਦੇ ਵਿੱਚ ਹੋਣ ਕਰਕੇ ਜਿਹੜਾ ਸੀ ਉਹ ਦਰਵਾਜ਼ਾ ਹੱਥਾਂ ਨਾਲ ਨਾ ਖੁੱਲ੍ਹਿਆ ਤੇ ਹੱਥ ਜ਼ੋਰ ਦੇ ਨਾਲ ਲਾ ਕਰਕੇ ਉਹਨਾਂ ਨੇ ਮੱਥਾ ਜਿਹੜਾ ਸੀ ਉਹ ਬੂਹੇ ਨੂੰ ਲਾਉਣਾ ਕੀਤਾ। ਮੱਥਾ ਬੂਹੇ ਨੂੰ ਲਾਇਆ। ਬੂਹੇ ਨੂੰ ਮੱਥਾ ਲਾਉਣ ਤੋਂ ਬਾਅਦ ਵਿੱਚ ਸਤਿਗੁਰ ਮਹਾਰਾਜ ਜਦੋਂ ਰਿੜ੍ਹਦਿਆਂ ਹੋਇਆਂ ਪਲੰਗੇ ਦੇ ਕੋਲ ਜਾ ਕੇ ਟਿਕੇ ਨੇ ਤੇ ਪਲੰਗੇ ਦੇ ਕੋਲ ਜਾ ਕੇ ਜਦੋਂ ਖੜੇ ਹੋਣ ਦਾ ਯਤਨ ਕੀਤਾ ਤੇ ਉਹ ਪਲੰਗਾ ਉਹ ਮੰਜਾ ਜਿਹੜਾ ਸੀ ਉਹ ਸਾਰਾ ਹਿੱਲਿਆ। ਇਹ ਮੰਜਾ ਹਿੱਲਣ ਤੋਂ ਬਾਅਦ ਗੁਰੂ ਅਮਰਦਾਸ ਮਹਾਰਾਜ ਜੀ ਦੇ ਨੇਤਰ ਖੁੱਲ੍ਹਦੇ ਆ। ਸਤਿਗੁਰੂ ਮਹਾਰਾਜ ਜੀ ਨੇ ਉਸ ਵੇਲੇ ਬਚਨ ਜੋ ਕਹੇ, ਬੀਬੀ ਭਾਨੀ ਜੀ ਸਤਿਗੁਰੂ ਗੁਰੂ ਅਰਜਨ ਦੇਵ ਮਹਾਰਾਜ ਜੀ ਦੇ ਮਾਤਾ ਜੀ, ਉਹ ਦੌੜ ਕਰਕੇ ਉਹਨਾਂ ਨੇ ਧੰਨ ਗੁਰੂ ਅਰਜਨ ਦੇਵ ਮਹਾਰਾਜ ਬਾਲਕ ਨੂੰ ਪਕੜਿਆ ਤੇ ਸਤਿਗੁਰੂ ਮਹਾਰਾਜ ਪਾਤਸ਼ਾਹ ਜੀ ਨੇ ਉਸ ਵੇਲੇ ਜਿਹੜਾ ਸੀ ਕਿ ਪਕੜਨ ਤੋਂ ਬਾਅਦ ਵਿੱਚ ਗੁਰੂ ਅਮਰਦਾਸ ਮਹਾਰਾਜ ਜੀ ਦੇ ਬਚਨ ਸਨ, ਇਹ ਕੌਣ ਪੁਰਖ ਹੈ ਭਾਰੀ ਜਿਨ ਮੰਜੀ ਹਿਲਾਈ ਹੈ ਸਾਰੀ। ਤੇ ਉਸ ਵੇਲੇ ਸਤਿਕਾਰਯੋਗ ਬੀਬੀ ਭਾਨੀ ਜੀ ਨੇ ਅੱਗੋਂ ਬਚਨ ਕਹੇ, ਸਤਿਗੁਰੂ ਮਹਾਰਾਜ ਇਹ ਦੋਹਤਾ ਹੈ ਛੋਟਾ ਦੋਹਤਾ। ਤੇ ਗੁਰੂ ਅਮਰਦਾਸ ਮਹਾਰਾਜ ਜੀ ਨੇ ਉਸ ਵੇਲੇ ਭਵਿੱਖਬਾਣੀ ਕਰਦਿਆਂ ਜਾਂ ਦੂਰ ਦੀ ਗੱਲ ਕਰਦਿਆਂ ਆਖਿਆ ਸੀ, ਕਹਿੰਦੇ ਨਹੀਂ ਕੱਲਾ ਦੋਹਤਾ ਨਹੀਂ, ਦੋਹਤਾ ਬਾਣੀ ਕਾ ਬੋਹਤਾ, ਇਹ ਬਾਣੀ ਦਾ ਬੋਹਤ ਹੋਏਗਾ। ਤੇ ਭੱਟ ਨੇ ਕਹਿ ਦਿੱਤਾ, ਕਹਿਣ ਲੱਗੇ ਸਤਿਗੁਰੂ ਗੁਰੂ ਅਰਜਨ ਦੇਵ ਮਹਾਰਾਜ ਆਪ ਜੀ ਤਾਂ ਜੰਮਦਿਆਂ ਹੀ ਬ੍ਰਹਮ ਗਿਆਨੀ ਹੋ, ਤੈਂ ਜਨਮਤ ਗੁਰਮਤਿ ਬ੍ਰਹਮ ਪਛਾਣਿਓ। ਸਤਿਗੁਰੂ ਮਹਾਰਾਜ ਕਿਰਪਾ ਕਰਨ, ਇਤਿਹਾਸ ਬੋਲਦਿਆਂ ਹੋਈਆਂ ਭੁੱਲਾਂ ਦੀ ਖਿਮਾ ਕਰਨੀ। ਬਾਕੀ ਦੀਆਂ ਵਿਚਾਰਾਂ ਆਪਾਂ ਅਗਲੇਰੇ ਦਿਨਾਂ ਦੇ ਵਿੱਚ ਨਾਲ ਕਰਾਂਗੇ। ਬੁਲਾਓ ਫਤਿਹ ਆਖੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤੇਗ ਬਹਾਦਰ ਸਿਮਰਿਐ ਕਰ ਨਾਉ ਨਿਤ ਆਵੇ ਤਾਏ। ਤੇਗ ਬਹਾਦਰ ਸਿਮਰਿਐ ਕਰ ਨਾਉ ਨਿਤ ਆਵੇ